ਸਾਰੇ ਸੁਣਨ ਵਾਲਿਆਂ ਨੂੰ ਅਹਿਮਦ ਰਜ਼ਾ ਦਾ ਸਲਾਮ, ਸਤਿ ਸ੍ਰੀ ਅਕਾਲ, ਨਮਸਕਾਰ। ਮੌਜੂਦ ਹਾਂ ਅਸੀਂ ਇਸ ਟਾਈਮ ਗੁਰਦੁਆਰਾ ਦਰਬਾਰਪੁਰ ਸਾਹਿਬ ਕਰਤਾਰਪੁਰ। ਕਰਤਾਰਪੁਰ ਜਦੋਂ ਵੀ ਅਸੀਂ ਆਈਦਾ ਤੇ ਖੁਸ਼ੀ ਨਾਲ ਲੈ ਕੇ ਜਾਈਦਾ ਹੈ ਕਿ ਸਾਨੂੰ ਮੁਖਤਲਿਫ ਇਨਸਾਨ ਉਹ ਮਿਲਦੇ ਨੇ ਜਿਨ੍ਹਾਂ ਨੂੰ ਪੰਜਾਬੀਅਤ ਦੇ ਬਾਰੇ ਨਾ ਸਿਰਫ ਨਾਲੇਜ ਹੈ ਬਲਕਿ ਉਹਨਾਂ ਦਾ ਜਿਹੜਾ ਇਨਸਾਨ ਦੋਸਤ ਨਜ਼ਰੀਆਤ ਹੁੰਦੇ ਨੇ ਉਹ ਸਾਡੇ ਅੰਦਰ ਹੋਰ ਚਾਨਣਾ ਪੈਦਾ ਕਰਦੇ ਨੇ। ਔਰ ਉਹ ਚਾਨਣਾ ਹੋਵੇ ਵੀ ਕਿਉਂ ਨਾ ਕਿ ਅਸੀਂ ਨਾਨਕ ਦੇ ਦਰਬਾਰ ਤੇ ਆਉਂਦੇ ਹੁੰਦੇ ਹਾਂ ਔਰ ਨਾਨਕ ਦੇ ਮੰਨਣ ਵਾਲੇ ਯਕੀਨਨ ਰੋਸ਼ਨ ਖਿਆਲ ਹੋਣਗੇ ਔਰ ਉਹਨਾਂ ਦਾ ਇਨਸਾਨ ਦੋਸਤ ਫਲਸਫਾ ਨਾ ਸਿਰਫ ਉਹਨਾਂ ਦੀ ਜ਼ਾਤ ਦੇ ਵਿੱਚੋਂ ਨਜ਼ਰ ਆ ਰਿਹਾ ਹੋਏਗਾ ਬਲਕਿ ਉਹਨਾਂ ਨੇ ਚਾਰ ਚਫੇਰੇ ਖਿਲਾਰਾ ਵੀ ਹੋਏਗਾ। ਐਸੇ ਹੀ ਇੱਕ ਹਸਤੀ ਇਸ ਟਾਈਮ ਸਾਡੇ ਨਾਲ ਹਨ। ਇਹ ਸਾਡੀ ਭੈਣ ਜੀ ਕੈਨੇਡਾ ਤੋਂ ਆਏ ਨੇ, ਸਾਨੂੰ ਅੱਜ ਇੱਥੇ ਹੀ ਮਿਲੇ ਹਨ। ਅਸੀਂ ਇੰਟਰੋਡਕਸ਼ਨ ਉਹਨਾਂ ਦੀ ਜ਼ਬਾਨੀ ਤੁਹਾਨੂੰ ਉਹਨਾਂ ਦਾ ਕਰਾਉਂਦੇ ਹਾਂ ਕਿ ਉਹ ਕਿੱਥੋਂ ਆਏ ਤੇ ਉਹਨਾਂ ਦਾ ਨਾਮ ਕੀ ਹੈ। ਜੀ ਮੇਰਾ ਨਾਮ ਗੁਰਚਰਨ ਥਿੰਦ ਹੈ ਜੀ ਤੇ ਮੈਂ ਕੈਨੇਡਾ ਤੋਂ ਆਈ ਹਾਂ। ਵੈਸੇ ਮੈਂ ਜੰਮਪਲ ਪੰਜਾਬ ਦੀ ਹਾਂ। ਪੰਜਾਬ ਦੇ ਵਿੱਚੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਚੌਹਾਨ ਪਿੰਡ ਹੈ ਜਿੱਥੇ ਮੈਂ ਜੰਮੀ ਪਲੀ ਤੇ ਅੰਮ੍ਰਿਤਸਰ ਦੇ ਵਿੱਚ ਹੀ ਪੜ੍ਹੀ। ਮੈਂ BSc ਐਗਰੀ ਬਾਇਓਲੋਜੀ ਕੀਤੀ ਹੈ, ਮਾਸਟਰਸ ਇੰਗਲਿਸ਼ ਕੀਤੀ ਹੈ। ਇਸ ਤੋਂ ਬਾਅਦ ਮੇਰੇ ਹਸਬੈਂਡ ਯੂਨੀਵਰਸਿਟੀ ਦੇ ਵਿੱਚ PAU ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਸਾਇੰਟਿਸਟ ਸਨ। ਅਸੀਂ ਉੱਥੇ ਸ਼ਿਫਟ ਹੋ ਗਏ। ਉਸ ਤੋਂ ਬਾਅਦ ਐਸਾ ਸਬੱਬ ਬਣਿਆ ਕਿ ਕੈਨੇਡਾ ਪਹੁੰਚ ਗਏ। 2009 ਦੇ ਵਿੱਚ ਅਸੀਂ ਕੈਨੇਡਾ ਗਏ ਨੇ। ਮੈਂ ਬਤੌਰ ਇੰਗਲਿਸ਼ ਲੈਕਚਰਰ ਟੀਚ ਕੀਤਾ। ਕਰੀਬ 35 ਸਾਲ ਮੈਂ ਪੜ੍ਹਾਉਂਦੀ ਰਹੀ ਹਾਂ। ਕੁਝ ਸਾਲ ਸਾਇੰਸ ਪੜ੍ਹਾਈ, ਫਿਰ ਇੰਗਲਿਸ਼ ਪੜ੍ਹਾਈ। ਕੈਨੇਡਾ ਦੇ ਵਿੱਚ ਇਸ ਵੇਲੇ ਮੈਂ ਸੋਸ਼ਲ ਸਰਵਿਸ ਕਰਦੀ ਹਾਂ। ਆਪਣੀ ਕਮਿਊਨਿਟੀ ਦੇ ਲੋਕਾਂ ਦੀਆਂ ਉੱਥੋਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ, ਖਾਸ ਤੌਰ 'ਤੇ ਡੋਮੈਸਟਿਕ ਵਾਇਲੈਂਸ ਹੈ ਜਿਹੜੀ, ਉਹਦੇ ਉੱਪਰ ਅਸੀਂ ਕੰਮ ਕਰਦੇ ਹਾਂ। ਤੇ ਕੈਨੇਡਾ ਦੇ ਕਿਹੜੇ ਸ਼ਹਿਰ ਦੇ ਵਿੱਚ ਤੁਸੀਂ ਰਹਿੰਦੇ ਹੋ? ਅਸੀਂ ਅਲਬਰਟਾ ਪ੍ਰੋਵਿੰਸ ਦੇ ਵਿੱਚ ਕੈਲਗਰੀ ਦੇ ਵਿੱਚ ਰਹਿੰਦੇ ਹਾਂ। ਤੇ ਜਿਹੜੇ ਤੁਹਾਡੀ ਸੋਸ਼ਲ ਸਰਵਿਸਿਜ਼ ਹਨ ਇਹ ਆਇਆ ਗਵਰਨਮੈਂਟ ਦੇ ਕਿਸੇ ادارے ਵਾਸਤੇ ਹਨ ਜਾਂ ਕਿ ਕਿਸੇ ਕਮਿਊਨਿਟੀ ਦਾ ਕੋਈ ਮਖਸੂਸ ਉਹਨਾਂ ਨੇ ਆਪਣਾ ਕੀਤਾ? ਗਵਰਨਮੈਂਟ ਉੱਥੇ ਲੋਕਾਂ ਦੀ ਲਾਈਫ ਜਿਹੜੀ ਜ਼ਿੰਦਗੀ ਜਿਹੜੀ ਹੈ ਨਾ ਉਹਨੂੰ ਵਧੀਆ ਬਣਾਉਣ ਵਾਸਤੇ ਬਹੁਤ ਯਤਨ ਕਰਦੀ ਹੈ। ਉਹਦੇ 'ਚ ਸਭ ਤੋਂ ਜ਼ਿਆਦਾ ਉਹ ਕਹਿੰਦੇ ਨੇ ਕਿ ਰਿਲੇਸ਼ਨਸ਼ਿਪਸ ਜਿਹੜੇ ਨੇ ਉਹ ਸਹੀ ਹੋਣੇ ਚਾਹੀਦੇ ਨੇ। ਸਭ ਤੋਂ ਵੱਡੀ ਜਿਹੜੀ ਉੱਥੇ ਗੱਲ ਆਉਂਦੀ ਹੈ, ਜਿਹੜੀ ਮੈਂ ਮਹਿਸੂਸ ਕੀਤੀ ਹੈ, ਕਿ ਲੋਕੀ ਜਦੋਂ ਚਾਹੇ ਪਾਕਿਸਤਾਨ ਤੋਂ ਜਾਂਦੇ ਨੇ, ਚਾਹੇ ਇੰਡੀਆ ਤੋਂ ਜਾਂਦੇ ਨੇ, ਕਿਸੇ ਵੀ ਦੁਨੀਆ ਦੇ ਹਿੱਸੇ ਤੋਂ ਆਉਂਦੇ ਨੇ, ਆਪਣਾ ਕਲਚਰ ਨਾਲ ਲੈ ਕੇ ਜਾਂਦੇ ਨੇ। ਜ਼ਬਰਦਸਤ, ਰਾਈਟ। ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਅਟੈਚੀ ਦੋ ਜਾਂਦੇ ਨੇ ਪਰ ਬਹੁਤ ਕੁਝ ਇੱਥੇ ਜਾਂਦਾ ਹੈ। ਉਹ ਜਿਹੜਾ ਬਹੁਤ ਕੁਝ ਹੈ ਨਾ ਉਹ ਤੁਹਾਨੂੰ ਉੱਥੇ ਭਜਾਈ ਫਿਰਦਾ ਹੈ। ਉੱਥੇ ਜ਼ੀਰੋ ਤੋਂ ਸਟਾਰਟ ਹੁੰਦਾ ਹੈ। ਤੁਸੀਂ ਘਰ ਵੀ ਬਣਾਉਣਾ ਹੈ, ਕਾਰਾਂ ਵੀ ਲੈਣੀਆਂ ਹੈ, ਪਿੱਛੇ ਫੋਟੋ ਵੀ ਭੇਜਣੀਆਂ ਨੇ, ਰਾਈਟ। ਉਹਦੇ ਕਰਕੇ ਇੱਕ ਐਸੀ ਭੱਜ ਦੌੜ ਬਣੀ ਹੈ ਕਿ ਉੱਥੇ ਰਿਲੇਸ਼ਨਸ਼ਿਪਸ ਜਿਹੜੇ ਨੇ ਉਹ ਧੜਕ ਰਹੇ ਨੇ, ਜਿਹਦੇ ਕਰਕੇ ਡੋਮੈਸਟਿਕ ਵਾਇਲੈਂਸ ਬਹੁਤ ਵੱਧਦੀ ਹੈ। ਹੁਣ ਅਸੀਂ ਆਪਣੇ ਪੰਜਾਬ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ, ਮੇਰਾ ਪਾਕਿਸਤਾਨ ਭਾਈਚਾਰੇ ਨਾਲ ਵੀ ਬੜਾ ਨੇੜ ਆ ਉੱਥੇ, ਅਸੀਂ ਲੋਕੀ ਡੋਮੈਸਟਿਕ ਵਾਇਲੈਂਸ ਲਫ਼ਜ਼ ਕਦੀ ਸੁਣਿਆ ਨਹੀਂ ਹੁੰਦਾ। ਅਸੀਂ ਇਹਨੂੰ ਵੇ ਆਫ ਲਾਈਫ ਲੈਂਦੇ ਹਾਂ ਬਈ, ਜਿੱਥੇ ਚਾਰ ਭਾਂਡੇ ਹੁੰਦੇ ਖੜਕਦੇ ਨੇ। ਪਰ ਕੈਨੇਡਾ ਦੇ ਵਿੱਚ ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ। ਉਹ ਇਸ ਕਰਕੇ ਪਹਿਲਾਂ ਅਵੇਅਰਨੈਸ ਪ੍ਰੋਗਰਾਮਸ ਚਲਾਉਂਦੇ ਨੇ। ਉਹ ਅਵੇਅਰਨੈਸ ਪ੍ਰੋਗਰਾਮਸ ਜਿਹੜੇ ਨੇ ਉਹਨਾਂ ਦੇ ਵਿੱਚ ਗਵਰਨਮੈਂਟ ਦੀ ਕੰਟਰੀਬਿਊਸ਼ਨ ਵੀ ਹੁੰਦੀ ਹੈ, ਕੁਝ ਹੋਰ ਸੰਸਥਾਵਾਂ ਨੂੰ ਉਹਨਾਂ ਦੀ ਕੰਟਰੀਬਿਊਸ਼ਨ ਵੀ ਹੁੰਦੀ ਹੈ। ਸੋ ਮੇਰੀ ਇੱਕ ਐਸੋਸੀਏਸ਼ਨ ਹੈ, ਕੈਲਗਰੀ ਵਿਮਨ ਕਲਚਰਲ ਐਸੋਸੀਏਸ਼ਨ, ਤੇ ਅਸੀਂ ਔਰਤਾਂ ਨੂੰ ਵੀ ਇਕੱਠਿਆਂ ਕਰਦੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਫਿਰ ਅਸੀਂ ਪ੍ਰੋਗਰਾਮਸ ਕਰਦੇ ਹਾਂ ਆਪਣੀ ਕਮਿਊਨਿਟੀ ਨੂੰ ਅਵੇਅਰ ਕਰਨ ਲਈ, ਜਿਹਦੇ ਵਿੱਚ ਸਾਡੀ ਪਾਕਿਸਤਾਨ ਕਮਿਊਨਿਟੀ ਵੀ ਹੁੰਦੀ ਹੈ, ਸਾਡੇ ਆਪਣੇ ਪੰਜਾਬੀ ਬੋਲਣ ਵਾਲੀ ਕਮਿਊਨਿਟੀ। ਤੇ ਕੈਨੇਡਾ ਦੀ ਪੰਜਾਬੀ ਜਿਹੜੀ ਹੈ, ਮੈਂ ਸਵਾਲਾਂ ਵੱਲ ਅੱਗੇ ਆਵਾਂਗਾ, ਲੇਕਿਨ ਮੈਂ ਚਾਹੁੰਦਾ ਹਾਂ ਕਿ ਇਸ ਟਾਈਮ ਮੈਨੂੰ ਕੁਝ ਜਿਹੜੀ ਦੁਨੀਆ ਦੇ ਵਿੱਚ ਪੰਜਾਬੀਅਤ ਦੀ ਇੱਕ ਸਿਚੁਏਸ਼ਨ ਹੈ ਔਰ ਪੰਜਾਬੀਅਤ ਤੁਹਾਡੀ ਆਪਣੀ ਭਾਸ਼ਾ ਦੇ ਨਾਲ ਹੀ ਹੈ, ਆਪਣੀ ਲੈਂਗੁਏਜ ਦੇ ਨਾਲ, ਪੰਜਾਬੀ ਦੇ ਨਾਲ ਹੀ ਹੈ। ਸੋ ਉੱਥੇ ਜਿਹੜਾ ਹੈ ਪੰਜਾਬੀ ਤੀਸਰੀ ਵੱਡੀ ਲੈਂਗੁਏਜ ਹੈ। ਉਸ ਤੋਂ ਇਲਾਵਾ ਕਿ ਦੱਸੋ ਕਿ ਉੱਥੇ ਪੰਜਾਬੀ ਵਾਸਤੇ ਹੋਰ ਕੀ ਕੰਮ ਹੋ ਰਹੀ ਹੈ? ਹਾਂਜੀ, ਪੰਜਾਬੀ ਜਿਹੜੀ ਹੈ ਉਹਨੂੰ ਜੇ ਗੁਰਮੁਖੀ ਲਿਪੀ ਵਿੱਚ ਪੜ੍ਹਾਉਣ ਦਾ, ਬੋਲਣਾ ਤੇ ਅਸੀਂ ਸਿਖਾ ਸਕਦੇ ਹਾਂ ਘਰਾਂ ਦੇ ਵਿੱਚ ਬੱਚਿਆਂ ਨੂੰ। ਕੁਛ ਇੱਕ ਇਹੋ ਜਿਹੇ ਸਕੂਲਸ ਹੈਗੇ ਨੇ ਜਿੱਥੇ ਪੰਜਾਬੀ ਐਜ਼ ਏ ਸਬਜੈਕਟ ਇੰਟਰੋਡਿਊਸ ਹੋਈ ਹੈ, ਜਿਵੇਂ ਸਰੀ ਦੇ ਵਿੱਚ, ਵੈਨਕੂਵਰ ਦੇ ਵਿੱਚ ਹੈਗੇ ਨੇ। ਅਸੀਂ ਕੈਲਗਰੀ ਦੇ ਵਿੱਚ ਵੀ ਯਤਨ ਕੀਤਾ। ਸਾਡੇ ਇੱਕ ਸਕੂਲ ਦੇ ਵਿੱਚ ਪੰਜਾਬੀ 9th ਕਲਾਸ ਤੋਂ ਸ਼ੁਰੂ ਹੋਈ। ਬਟ ਅਸੀਂ ਬੇਸਿਕ ਲੈਵਲ 'ਤੇ ਕੀ ਕਰਦੇ ਹਾਂ ਕਿ ਜਿਹੜੇ ਅਸੀਂ ਪੰਜਾਬੀ ਸਪੀਕਿੰਗ ਹੈਗੇ ਹਾਂ, ਅਸੀਂ ਆਪਣੇ ਬੱਚਿਆਂ ਨੂੰ ਕਲਾਸਾਂ ਲਗਾਉਂਦੇ ਹਾਂ, ਬੋਲਣਾ ਸਿਖਾਉਂਦੇ ਹਾਂ ਤੇ ਉਹਨਾਂ ਨੂੰ ਪੰਜਾਬੀ ਲਿਖਣੀ ਗੁਰਮੁਖੀ 'ਚ ਸਿਖਾਉਂਦੇ ਹਾਂ। ਸਿਮਿਲਰਲੀ ਜਿਵੇਂ ਸ਼ਾਹਮੁਖੀ ਦੇ ਵਿੱਚ ਹੈ, ਮੈਨੂੰ ਪਤਾ ਹੈ ਕਿ ਉਰਦੂ ਦੀਆਂ ਕਲਾਸਿਸ ਵੀ ਲੱਗਦੀਆਂ ਨੇ। ਉਰਦੂ ਵਾਲੇ ਵੀ ਜਿਹੜੇ ਨੇ ਉਹ ਆਪਣੇ ਬੱਚਿਆਂ ਨੂੰ ਉਰਦੂ ਪੜ੍ਹਾਉਂਦੇ ਨੇ, ਫਾਰਸੀ ਵਾਲੇ ਫਾਰਸੀ ਪੜ੍ਹਾਉਂਦੇ ਨੇ। ਸੋ ਇਸ ਚੀਜ਼ ਦੀ ਉੱਥੇ ਬਹੁਤ ਖੁੱਲ੍ਹ ਹੈ ਕਿ ਤੁਸੀਂ ਆਪਣੀ ਲੈਂਗੁਏਜ ਨੂੰ ਜਿੰਨਾ ਪ੍ਰਫੁੱਲਿਤ ਕਰ ਸਕਦੇ ਹੋ। ਬੜੀ ਖੁਸ਼ੀ ਹੋਈ ਹੈ ਸੁਣ ਕੇ ਕਿ ਦੇਖੋ ਸਾਡੇ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਪੰਜਾਬ ਦੇ ਵੰਡਣ ਤੋਂ ਬਾਅਦ ਇੱਥੇ ਤੇ ਪੰਜਾਬੀਆਂ ਦੀ ਵੱਡੀ ਗਿਣਤੀ ਹੈ, ਲੇਕਿਨ ਅਫਸੋਸ ਨਾਲ ਕਿ ਪਾਕਿਸਤਾਨੀ ਪੰਜਾਬ ਦੇ ਅੰਦਰ ਅਜੇ ਵੀ ਪੰਜਾਬੀ ਭਾਸ਼ਾ ਨੂੰ ਉਹ ਇਤਰਾਮ ਨਹੀਂ ਮਿਲਾ।
ਜੋ ਮਿਲਣਾ ਚਾਹੀਦਾ ਸੀ। ਲੇਕਿਨ ਉਹਦੇ ਬਜਾਏ ਜਿਹੜਾ ਇੱਕ ਦੇਸ਼ ਕੈਨੇਡਾ ਹੈ, ਕੈਨੇਡਾ ਦੇ ਵਿੱਚ ਸਾਡੀ ਪੰਜਾਬੀ ਲੈਂਗੁਏਜ ਤੀਸਰੀ ਵੱਡੀ ਲੈਂਗੁਏਜ ਹੈ। ਹੁਣ ਮੈਂ ਆਉਂਦਾ ਹਾਂ ਅਗਲੇ ਸਵਾਲ ਵੱਲ ਕਿ ਇੱਥੇ ਆਉਣ ਦਾ ਅਸੀਂ ਇਸ ਟਾਈਮ ਜਿਹੜੀ ਥਾਂ ਤੇ ਪਾਕ ਪਵਿੱਤਰ ਥਾਂ ਤੇ ਮੌਜੂਦ ਹਾਂ, ਇਹ ਕਦੋਂ ਦੀ ਮਨ ਦੇ ਵਿੱਚ ਆਸ ਸੀ ਤੇ ਕਿਵੇਂ ਪੂਰੀ ਹੋਈ, ਕੋਈ ਇਹ ਸਾਨੂੰ ਦੱਸੋ। ਜਿੱਥੋਂ ਤੱਕ ਧਾਰਮਿਕ ਹੋਣ ਦਾ ਸਵਾਲ ਹੈ, ਮੈਂ ਇਹ ਕਹਿਣ ਤੋਂ ਮੈਨੂੰ ਕੋਈ ਗੁਰੇਜ਼ ਨਹੀਂ ਹੈ ਕਿ ਮੈਂ ਬਹੁਤ ਜ਼ਿਆਦਾ ਧਾਰਮਿਕ ਨਹੀਂ। ਧਰਮ ਜਿਹੜਾ ਵਾ ਮੇਰੀ ਨਿਗਾਹ ਦੇ ਵਿੱਚ ਸਿਰਫ ਮੱਥਾ ਟੇਕਣਾ ਨਹੀਂ ਹੁੰਦਾ। ਧਰਮ ਦਾ ਮਤਲਬ ਹੁੰਦਾ ਤੁਸੀਂ ਉਸ ਫਲਸਫੇ ਨੂੰ ਪੜ੍ਹਨਾ ਤੇ ਉਹਦੇ ਤੇ ਚੱਲੋ। ਸਾਡੇ ਅੱਜ ਕੱਲ੍ਹ ਕੀ ਹੋ ਗਿਆ ਕਿ ਧਰਮ ਜਿਹੜਾ ਵਾ ਉਹ ਇੱਕ ਰਹਿ ਗਿਆ ਕਿ ਜੇ ਮੈਂ ਕੁਰਾਨ ਨੂੰ ਮੱਥਾ ਟੇਕਦਾ ਤੇ ਮੈਂ ਕੁਰਾਨ ਨੂੰ ਮੰਨਦਾ ਤੇ ਤਾਂ ਹੀ ਮੈਂ ਮੁਸਲਮਾਨ ਹਾਂ, ਜੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ ਹਾਂ ਤੇ ਮੈਂ ਤਾਂ ਹੀ ਹੈਗੀ ਹਾਂ। ਠੀਕ ਹੈ, ਉਹ ਬਾਈ ਬਰਥ ਜਨਮ ਤੋਂ ਮੈਨੂੰ ਮਿਲਿਆ, ਗੁਰਤੀ ਮਿਲੀ ਹੋਈ ਹੈ, ਮੈਂ ਉਹ ਤੋਂ ਮੁਨੱਕਰ ਨਹੀਂ ਹਾਂ। ਪਰ ਇਸ ਜਗ੍ਹਾ ਤੇ ਮੇਰਾ ਆਉਣ ਦਾ ਮਕਸਦ ਸੀਗਾ ਕਿ ਅਸੀਂ ਪੜ੍ਹਿਆ ਹੋਇਆ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਜਦੋਂ ਉਹਨਾਂ ਦਾ ਅੰਤਮ ਵੇਲਾ ਆਇਆ ਤੇ ਉਹਨਾਂ ਦੇ ਚਾਦਰ ਰਹਿ ਗਈ, ਫੁੱਲ ਰਹਿ ਗਏ। ਮੈਨੂੰ ਨਹੀਂ ਪਤਾ ਉਹਦੇ 'ਚ ਕਿੰਨਾ ਕੁ ਯਥਾਰਥ ਹੈ, ਪਰ ਇਹ ਜ਼ਰੂਰ ਹੋਇਆ ਕਿ ਉਹਨਾਂ ਦੇ ਫੁੱਲ ਹੋ ਸਕਦਾ ਸੰਸਕਾਰ ਹੋਇਆ ਹੋਵੇ, ਉਹਦੀਆਂ ਹੱਡੀਆਂ ਜਿਹੜੀਆਂ ਸੀ ਉਹਨਾਂ ਨੂੰ ਮੁਸਲਮਾਨਾਂ ਨੇ ਦਫਨਾ ਦਿੱਤਾ ਤੇ ਹਿੰਦੂਆਂ ਨੇ ਆਪਣਾ, ਸਿੱਖਾਂ ਨੇ ਆਪਣਾ ਕਰ ਲਿਆ। ਮੈਂ ਉਸ ਯੂਨਿਟੀ ਜਿਹੜੀ ਆ ਗੁਰੂ ਸਾਹਿਬ ਦੀ, ਉਸ ਸਿੱਖਿਆ ਤੇ ਉਸ ਫਲਸਫੇ ਨੂੰ ਦੇਖਣ ਦੀ ਮੇਰੇ ਮਨ 'ਚ ਜ਼ਿਆਦਾ ਤਾਂਘ ਸੀ। ਮੱਥਾ ਟੇਕਣ ਨੂੰ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਕਿਤੇ ਵੀ ਟੇਕ ਸਕਦੇ ਹਾਂ। ਬੜੀ ਖੂਬਸੂਰਤ ਗੱਲ। ਜਿਹੜਾ ਦੇਖੋ ਇਹ ਨਹੀਂ ਕਿ ਮੈਂ ਉਹਨਾਂ ਦੀ ਗੱਲ ਸੁਣ ਕੇ ਕਹਿ ਰਹੀ ਹਾਂ, ਇੱਕ ਇਹ ਵੀ ਮਨ ਦੇ ਵਿੱਚ ਆਸ ਹੁੰਦੀ ਹੈ ਕਿ ਧਾਰਮਿਕ ਲੋਕਾਂ ਦੇ ਵਿੱਚ, ਠੀਕ ਹੈ ਮਜ਼ਹਬ ਆਪਣਾ ਆਪਣਾ ਹੈ, ਤੁਸੀਂ ਜਿਸ ਨੂੰ ਵੀ ਮੰਨਦੇ ਹੋ, ਮੰਨਣਾ ਚਾਹੀਦਾ ਹੈ। ਅਸੀਂ ਉਹਦੀ ਮੈਂ ਮੁਖਾਲਫਤ ਨਹੀਂ ਕਰਦਾ। ਮੈਂ ਢਕੇ ਲਫ਼ਜ਼ਾਂ ਦੇ ਵਿੱਚ ਜਾਂ ਖੁੱਲੇ ਲਫ਼ਜ਼ਾਂ ਦੇ ਵਿੱਚ ਇਹ ਕਹਾਂਗਾ ਕਿ ਧਰਮ ਆਪਣਾ ਆਪਣਾ ਤੇ ਕਿਸੇ ਦੇ ਧਰਮ ਤੇ ਤੁਸੀਂ ਹਿੱਟ ਨਾ ਕਰੋ। ਲੇਕਿਨ ਉਹਦੇ ਵਿੱਚ ਜਿਹੜੀਆਂ ਧਾਰਮਿਕ ਅਸਲ ਚੀਜ਼ਾਂ ਹੁੰਦੀਆਂ ਉਹ ਕਿਤੇ ਸਾਈਡ ਤੇ ਹੋ ਜਾਂਦੀਆਂ। ਜਿਹੜੇ ਉਹਦੇ ਵਿੱਚ ਨੈਗੇਟਿਵਿਟੀ ਵਾਲੀਆਂ, ਨਫ਼ਰਤ ਵਾਲੀਆਂ ਚੀਜ਼ਾਂ ਹੁੰਦੀਆਂ, ਅਸੀਂ ਮਜ਼ਹਬੀ ਲੋਕਾਂ ਦੇ ਵਿੱਚ ਉਹ ਜ਼ਿਆਦਾ ਦੇਖੀਆਂ। ਸੋ ਇਹਨਾਂ ਤੋਂ ਇੱਕ ਪਤਾ ਲੱਗਾ ਕਿ ਉਹ ਇਨਸਾਨ ਦੋਸਤ ਫਲਸਫਾ ਜਿਹੜਾ ਹੈ, ਇਹ ਤੇ ਉਸ ਥਾਂ ਨੂੰ ਵੇਖਣ ਆਇਆ ਕਿ ਜਿੱਥੇ ਬਾਬਾ ਨਾਨਕ ਨੇ ਆਖਰੀ ਆਪਣੇ ਹਯਾਤੀ ਦੇ ਦਿਨ ਗੁਜ਼ਾਰੇ। कैसा लगा इस जगह ते आके, अगे इस बारे ਜਿਹੜਾ ਪਾਕਿਸਤਾਨੀ ਸਰਕਾਰ ਨੇ ਕੋਈ ਇਨੀਸ਼ੀਏਟਿਵ ਲਿਆ ਉਸ ਦੇ ਬਾਰੇ ਕੁਝ ਸਾਨੂੰ ਦੱਸੋ ਕਿ ਕਿਵੇਂ ਤੁਸੀਂ ਵੇਖਦੇ ਹੋ, ਕਿਵੇਂ ਆਮ ਪਬਲਿਕ ਜਾਂ ਬਾਕੀ ਕਮਿਊਨਿਟੀ ਕਿਵੇਂ ਵੇਖਦੀ ਹੈ। ਇਸ ਜਿਹੜਾ ਇਹਨਾਂ ਨੇ ਪਹਿਲ ਕੀਤੀ ਹੈ, ਮੈਂ ਵਾਕਿਆ ਇਹਦੀ ਦਾਦ ਦਿੰਦੀ ਕਿ ਲੋਕਾਂ ਦੇ ਨੇੜੇ ਹੋਣ ਦਾ ਮੌਕਾ ਮਿਲਿਆ। ਸਰਹੱਦਾਂ ਇੰਝ ਹੀ ਟੁੱਟਦੀਆਂ ਨੇ। ਬੇਸ਼ੱਕ ਇਹ ਨਹੀਂ ਹੋ ਸਕਦਾ ਕਦੇ ਵੀ ਕਿ ਪਾਕਿਸਤਾਨ ਤੇ ਹਿੰਦੁਸਤਾਨ ਇੱਕ ਮੁਲਕ ਹੋ ਜਾਵੇ, ਪਰ ਉਹਨਾਂ ਲੋਕਾਂ ਦੀ ਸਾਂਝ ਤੇ ਜਿਹੜੀ ਟੈਨਸ਼ਨ ਹੈ ਨਾ, ਇੱਕ ਸਰਹੱਦਾਂ ਦੇ ਉੱਤੇ ਟੈਨਸ਼ਨ ਹੈ। ਜਿਉਂ ਲੋਕਾਂ ਦੇ ਮਨ ਬਦਲਦੇ ਨੇ ਤਿਉਂ ਮੈਨੂੰ ਲੱਗਦਾ ਕਿ ਉਹ ਨੇਤਾਵਾਂ ਦੇ ਪਿੱਛੇ ਲੱਗਣੋਂ ਹਟ ਜਾਂਦੇ ਨੇ। ਜੋ ਵੀ ਕੁਛ ਡਿਵੀਜ਼ਨ ਹੋ ਜਾਂਦੀ ਹੈ ਉਹਦੇ ਵਿੱਚ ਜੋ ਤਰਾ ਚੜਾ, ਜੋ ਪੁਲਵਾਮਾ ਦਾ ਹੋ ਗਿਆ ਜੀ, ਘਟਨਾ ਵਾਪਰ ਗਈ ਜੀ, ਜੰਮੂ ਕਸ਼ਮੀਰ ਦੀ ਵਾਪਰ ਗਈ ਜੀ, ਉਧਰੋਂ ਇੱਧਰ ਇੰਨੇ ਫੌਜੀ ਮਾਰੇ ਗਏ ਜੀ ਇੰਨੇ, ਉਦੋਂ ਲੋਕਾਂ ਦੇ ਮਨ ਜਿਹੜੇ ਨੇ ਨਾ ਉਹ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਨੇ। ਪਰ ਜਦੋਂ ਮੈਨੂੰ ਲੱਗਦਾ ਕਿ ਇੰਝ ਅਸੀਂ ਮਿਲਦੇ ਹਾਂ ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਦੇ ਮਨ 'ਚ ਵੀ ਰਹੂਗਾ ਬਈ ਇਹ ਜਿਹੜੀ ਚੀਜ਼ ਸੀਗੀ ਇਹਨੂੰ ਸਾਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਕਿ ਜਸਟ ਠੀਕ ਹੈ ਬਈ ਇਹ ਤਾਂ ਸਰਕਾਰਾਂ ਦੇ ਕੰਮ ਨਹੀਂ ਕਰੇ ਜਾਣਾ। ਬਿਲਕੁਲ। ਇੱਕ ਹੋਰ ਅਸੀਂ ਜਦੋਂ ਵੇਖਦੇ ਹੁੰਦੇ ਹਾਂ ਕਿ ਸਾਨੂੰ ਸ਼ੁਰੂ ਤੋਂ ਲੈ ਕੇ ਪੜਾਇਆ ਜਾਂਦਾ ਕਿ ਜਿਹੜਾ ਇੰਡੀਅਨਸ ਹੈ ਨਾ, ਹੁਣ ਪੰਜਾਬੀ ਦੀ ਗੱਲ ਤਾਂ ਸ਼ੁਰੂ ਤੋਂ ਪੜਾਈ ਨਹੀਂ ਜਾਂਦੀ ਨਾ ਸਾਨੂੰ, ਨਾ ਉਹ ਕਿਤੇ ਆਣ ਦਿੱਤੀ ਜਾਂਦੀ। ਉਹਦੇ ਵਿੱਚ ਇਹ ਕਿਹਾ ਜਾਂਦਾ ਕਿ ਇੰਡੀਅਨਸ ਉਹ ਇਨਸਾਨਾਂ ਦੇ ਕਾਤਲ ਹਨ, ਇੰਡੀਅਨਸ ਇਤਨੇ ਬੁਰੇ ਹਨ, ਉੱਥੋਂ ਦੇ ਆਏ ਸਿੱਖ ਇਤਨੇ ਭੈੜੇ ਹਨ, ਉਹਨਾਂ ਨੇ 47 ਦੇ ਵਿੱਚ ਸਾਡੇ ਮੁਸਲਮਾਨਾਂ ਭੈਣਾਂ ਮਾਵਾਂ ਨਾਲ ਇਹ ਕੀਤਾ, ਸਾਨੂੰ ਕਤਲ ਕੀਤਾ। ਔਰ ਉਧਰ ਵੀ ਇਹੀ ਪੜਾਇਆ ਜਾਂਦਾ ਹੈ ਕਿ ਇਹ ਸਾਰਾ ਕੁਝ ਇੰਜ ਤਰੀਕੇ ਦੇ ਨਾਲ ਹੋਇਆ। ਹੁਣ ਜਿਹੜਾ ਪਾਕਿਸਤਾਨੀ ਹੈ ਔਰ ਇੱਕ ਇੰਡੀਅਨ ਹੈ, ਉਹਦੇ ਦਰਮਿਆਨ ਇੱਕ ਨਫ਼ਰਤ ਦੀ ਦੀਵਾਰ ਖੜੀ ਹੈ। ਉਹ ਨਫ਼ਰਤ ਦੀ ਦੀਵਾਰ ਇਹਨਾਂ ਨੇ ਬੜੀ ਸੋਹਣੀ ਗੱਲ ਕੀਤੀ ਕਿ ਉਹ ਮਰਲਾਵਾਲ ਟੁੱਟੇਗੀ। ਔਰ ਉਹਦਾ ਇੱਕ ਇਹ ਪ੍ਰੂਫ ਹੈ ਕਿ ਇੱਥੇ ਜਦੋਂ ਇੱਕ ਇੰਡੀਅਨ ਇੱਕ ਪਾਕਿਸਤਾਨੀ ਬੈਠੇਗਾ तो वो कहेगा यार तेरे मेरे ही तो फर्क ही कोई नहीं, तेरी मेरी तो बोली एक है, तेरी मेरी सोच एक है, तेरा मेरा तो आपसी प्यार ਜਿਹੜਾ ਉਹ ਇੱਕ ਹੈ, ਨਾ ਤਾਂ ਮੈਂ ਤੈਨੂੰ ਮਾਰਨਾ ਨਾ ਤੂੰ ਮੈਨੂੰ ਮਾਰ। ਤੇ ਇਹ ਜਿਹੜੀ ਜ਼ਹਿਨ ਸਾਜ਼ੀ ਹੈ ਇਹ ਫਿਰ ਪੂਰੀ ਸੋਸਾਇਟੀ ਦੇ ਵਿੱਚ ਫੈਲ ਜਾਏਗੀ। ਔਰ ਜਿਵੇਂ ਜ਼ਹਿਰ ਫੈਲਦਾ ਹੈ ਉਵੇਂ ਮੁਹੱਬਤ ਵੀ ਫੈਲਦੀ ਹੈ, ਮੁਹੱਬਤ ਦੀ ਖੁਸ਼ਬੂ ਬਿਲਕੁਲ ਫੈਲੇਗੀ ਔਰ ਇਹ ਥਾਂ ਇਸ ਦੀ ਬੁਨਿਆਦ ਬਣੇਗੀ। ਹੁਣ ਮੈਂ ਇਹਨਾਂ ਤੋਂ ਜਾਣਨਾ ਹਾਂ ਕਿ ਇਹਨਾਂ ਨੇ ਮੈਨੂੰ ਇਸ ਤੋਂ ਪਹਿਲੇ ਇੰਟਰਵਿਊ ਤੋਂ ਪਹਿਲੇ ਆਪਣੇ ਦਾਦਾ ਜੀ ਦੇ ਬਾਰੇ ਇੱਕ ਗੱਲ ਸੁਣਾਈ ਸੀ ਕਿ ਇਹਨਾਂ ਦੇ ਦਾਦਾ ਜੀ ਲੈਲਪੁਰ ਤੋਂ ਮਾਈਗ੍ਰੇਟ ਹੋ ਕੇ ਗਏ ਸੀ ਇੰਡੀਅਨ ਪੰਜਾਬ ਦੇ ਵਿੱਚ। ਸਾਨੂੰ ਦੱਸੋ ਕਿ ਇਹ ਤੁਹਾਡੇ ਦਾਦਾ ਜੀ ਦਾ ਕੀ ਨਾਮ ਸੀ, ਕਿਹੜੇ ਉੱਥੇ ਪਿੰਡ ਸੀ, ਔਰ ਫਿਰ ਨਾਲ ਸਾਨੂੰ ਇਹ ਦੱਸੋ ਕਿ ਜਿਹੜੇ ਤੁਹਾਡੇ ਦਾਦਾ ਜੀ ਨੇ ਇੱਕ ਮੁਸਲਿਮ ਕਮਿਊਨਿਟੀ ਵਾਸਤੇ, ਆਪਣੇ ਮੁਸਲਮਾਨ ਭਰਾਵਾਂ ਵਾਸਤੇ ਇੱਕ ਮਸਜਿਦ ਬਣਵਾਈ ਸੀ, ਉਹਦੇ ਬਾਰੇ ਸਾਨੂੰ ਕੋਈ ਦੱਸੋ।